ਪਿਆਰੇ ਵਿਦਿਆਰਥੀਓ, ਮੈਂ ਮਨੀਸ਼ ਕੰਬੋਜ ਤੁਹਾਡੇ ਆਪਣੇ ਚੈਨਲ 24/7 ਐਜੂਕੇਸ਼ਨ ਹੱਬ ਦੇ ਵਿੱਚ ਸਵਾਗਤ ਕਰਦਾ ਹਾਂ। ਜਿੱਦਾਂ ਕਿ ਤੁਹਾਨੂੰ ਪਤਾ ਹੈ, 24/7 ਐਜੂਕੇਸ਼ਨ ਹੱਬ ਦੇ ਵੱਲੋਂ ਪੋਲਿਟੀ ਔਰ ਬਾਇਓਲੋਜੀ ਦਾ ਫ੍ਰੀ ਆਫ ਕੋਸਟ ਕ੍ਰੈਸ਼ ਕੋਰਸ ਚਲਾਇਆ ਜਾ ਰਿਹਾ ਹੈ, ਜਿਸ ਦੇ ਵਿੱਚ 3 ਡੇਜ਼ ਪੋਲਿਟੀ ਦੇ ਲੈਕਚਰ ਹੁੰਦੇ ਹਨ ਔਰ 3 ਡੇਜ਼ ਬਾਇਓਲੋਜੀ ਯਾਨੀ ਕਿ ਸਾਇੰਸ ਦੇ ਲੈਕਚਰ ਹੁੰਦੇ ਹਨ। ਹਾਂਜੀ ਸਟੂਡੈਂਟ, ਤਾਂ ਇਹ ਜੋ ਲੈਕਚਰ ਤੁਹਾਨੂੰ ਅਸੀਂ ਡਿਲੀਵਰ ਕਰ ਰਹੇ ਹਾਂ, ਇੰਗਲਿਸ਼ ਔਰ ਪੰਜਾਬੀ ਬਾਇਲੈਂਗੁਅਲ ਸਾਡੇ ਸਾਰੇ ਹੀ ਲੈਕਚਰ ਹੁੰਦੇ ਹਨ, ਜੋ ਕਿ ਪੰਜਾਬ ਦੇ ਮੋਸਟ ਆਫ ਐਗਜ਼ਾਮ ਦੇ ਲਈ ਅਸੀਂ ਡਾਟਾ ਕਵਰ ਤੁਹਾਨੂੰ ਕਰਵਾ ਰਹੇ ਹਾਂ। ਤੁਸੀਂ ਪੰਜਾਬ ਦੇ ਜਾਂ ਸੈਂਟਰ ਦੇ ਕਿਸੇ ਵੀ ਐਗਜ਼ਾਮ ਦੇ ਵਿੱਚ ਐਗਜ਼ਾਮ ਦੇਣ ਜਾਓਗੇ ਤਾਂ ਸਾਡੇ ਇਸ ਕ੍ਰੈਸ਼ ਕੋਰਸ ਦੇ ਵਿੱਚੋਂ ਹੀ ਤੁਹਾਨੂੰ ਮੋਸਟਲੀ ਕੁਐਸਚਨ ਦੇਖਣ ਨੂੰ ਮਿਲਣਗੇ। ਹਾਂਜੀ ਸਟੂਡੈਂਟ, ਜੋ ਸਟੂਡੈਂਟ ਅੱਜ ਇਸ ਵੀਡੀਓ ਤੇ ਨਵੇਂ ਹਨ, ਅਗਰ ਉਹਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੈ ਤਾਂ ਪਹਿਲੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਔਰ ਨਾਲ ਦੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਤੇ ਸਭ ਤੋਂ ਪਹਿਲਾਂ ਮਿਲ ਸਕੇ। ਹਾਂਜੀ ਸਟੂਡੈਂਟ, ਤਾਂ ਗੱਲ ਕਰਦੇ ਹਾਂ ਆਪਣਾ ਅੱਜ ਦਾ ਜੋ ਟੌਪਿਕ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ ਟੌਪਿਕ, ਸੰਵਿਧਾਨ ਦੇ ਸਰੋਤ ਜਾਂ ਫਿਰ ਆਪਾਂ ਇਸ ਨੂੰ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਸੋਰਸ ਆਫ ਦਾ ਕੌਨਸਟੀਟਿਊਸ਼ਨ। ਦੇਖੋ ਸਟੂਡੈਂਟ, ਇਹ ਚੈਪਟਰ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਅਕਸਰ ਹਰ ਐਗਜ਼ਾਮ ਦੇ ਵਿੱਚ 1 ਤੋਂ 2 ਕੁਐਸਚਨ ਇਸ ਟੌਪਿਕ ਤੋਂ ਡਾਇਰੈਕਟ ਔਰ ਇਨਡਾਇਰੈਕਟ ਪੁੱਛੇ ਜਾਂਦੇ ਹਨ। ਹਾਂਜੀ ਸਟੂਡੈਂਟ, ਦੇਖੋ ਅਗਰ ਆਪਾਂ ਗੱਲ ਕਰਦੇ ਹਾਂ, ਆਪਣਾ ਜੋ ਇੰਡੀਆ ਹੈ ਉਹ ਆਜ਼ਾਦ ਹੋਇਆ 15 ਅਗਸਤ 1947 ਨੂੰ। ਤਾਂ ਦੇਖੋ ਜੀ, ਜਦੋਂ ਵੀ ਕੋਈ ਕੰਟਰੀ ਆਜ਼ਾਦ ਹੁੰਦੀ ਹੈ ਤਾਂ ਉਸ ਦੀ ਜੋ ਸਭ ਤੋਂ ਫਸਟ ਨੀਡ ਹੁੰਦੀ ਹੈ ਕਿ ਆਪਣਾ ਕੌਨਸਟੀਟਿਊਸ਼ਨ ਕਿੱਦਾਂ ਬਣਾਇਆ ਜਾਏ। ਤਾਂ ਦੇਖੋ ਜੀ, ਇੰਡੀਆ ਵੀ ਆਜ਼ਾਦ ਹੋਇਆ, ਇੰਡੀਆ ਦੀ ਫਸਟ ਡਿਮਾਂਡ ਕੀ ਸੀ? ਸੰਵਿਧਾਨ ਦਾ ਨਿਰਮਾਣ ਕਰਨਾ। ਤਾਂ ਦੇਖੋ ਜੀ, ਇੰਡੀਆ ਦੇ ਆਜ਼ਾਦ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਕੰਟਰੀਜ਼ ਸਨ ਜੋ ਪਹਿਲੇ ਆਜ਼ਾਦ ਹੋ ਚੁੱਕੀਆਂ ਸਨ ਔਰ ਉਹਨਾਂ ਨੇ ਆਪਣੇ ਸੰਵਿਧਾਨ ਬਣਾ ਲਏ ਸਨ। ਤਾਂ ਦੇਖੋ ਜੀ, ਜੋ ਆਪਣੀ ਸੰਵਿਧਾਨ ਸਭਾ ਦੇ ਵਿੱਚ ਇੱਕ ਐਡਵਾਈਜ਼ਰ ਦੀ ਪੋਸਟ ਸੀ ਜਿਸ ਦਾ ਨਾਮ ਸੀ BN ਰਾਓ, ਤਾਂ ਉਸ ਨੂੰ ਕਾਫੀ ਸਾਰੇ ਦੇਸ਼ਾਂ ਦੀ ਸੈਰ 'ਤੇ ਭੇਜਿਆ ਗਿਆ, ਯਾਨੀ ਕਿ ਜੋ ਕੰਟਰੀਆਂ ਆਪਣੇ ਸੰਵਿਧਾਨ ਬਣਾ ਚੁੱਕੀਆਂ ਹਨ ਉਹਨਾਂ ਦੇ ਸੰਵਿਧਾਨ ਨੂੰ ਸਟੱਡੀ ਕਰਨ ਲਈ ਭੇਜਿਆ ਗਿਆ। ਹਾਂਜੀ ਸਟੂਡੈਂਟ, ਤਾਂ ਜੋ ਵੀ ਉਹਨਾਂ ਸੰਵਿਧਾਨ ਦੇ ਵਿੱਚ ਇੰਡੀਅਨਸ ਪੀਪਲ ਦੇ ਲਈ ਯੂਜ਼ਫੁਲ ਚੀਜ਼ਾਂ ਸਨ, ਉਹ ਆਪਾਂ ਕੀ ਹੈ ਜੀ ਉਹਨਾਂ ਦੇ ਸੰਵਿਧਾਨ ਤੋਂ ਅਡੋਪਟ ਕਰੀਆਂ ਹਨ। ਹਾਂਜੀ ਸਟੂਡੈਂਟ, ਇਸ ਚੈਪਟਰ ਦੇ ਵਿੱਚ ਆਪਾਂ ਇੱਕ ਐਕਟ ਔਰ 10 ਕੰਟਰੀਆਂ ਦੇ ਬਾਰੇ ਪੜ੍ਹਾਂਗੇ ਜਿਨ੍ਹਾਂ ਤੋਂ ਆਪੇ ਕਾਫੀ ਸਾਰਾ ਡਾਟਾ ਅਡੋਪਟ ਕਰਿਆ ਹੈ। ਹਾਂਜੀ ਸਟੂਡੈਂਟ, ਤਾਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਜੀ ਐਕਟ। ਤਾਂ ਦੇਖੋ ਸਟੂਡੈਂਟ, ਅਗਰ ਆਪਾਂ ਗੱਲ ਕਰੀਏ ਗਵਰਨਮੈਂਟ ਆਫ ਇੰਡੀਆ ਐਕਟ 1935 ਜਾਂ ਜਿਸ ਨੂੰ ਬੋਲਿਆ ਜਾਂਦਾ ਹੈ ਭਾਰਤ ਸਰਕਾਰ ਅਧਿਨਿਯਮ 1935, ਤਾਂ ਸਭ ਤੋਂ ਪਹਿਲਾਂ ਕੁਐਸਚਨ ਦੇਖਦੇ ਹਾਂ ਜੀ ਇਸ ਐਕਟ ਤੋਂ ਕੀ ਆਉਣਗੇ। ਦੇਖੋ ਸਟੂਡੈਂਟ, ਸਭ ਤੋਂ ਪਹਿਲੀ ਜੋ ਚੀਜ਼ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਅਡੋਪਟ ਕਰੀ ਹੈ ਉਹ ਹੈ ਜੀ ਗਵਰਨਰ ਆਫ ਸਟੇਟ, ਯਾਨੀ ਕਿ ਜੋ ਰਾਜਪਾਲ ਹੁੰਦੇ ਹਨ ਸਟੇਟ ਦੇ ਵਿੱਚ। ਹਾਂਜੀ ਦੇਖੋ ਸਟੂਡੈਂਟ, ਜਿਸ ਤਰ੍ਹਾਂ ਹਾਈਐਸਟ ਪੋਸਟ ਜੋ ਸੈਂਟਰ ਦੀ ਗੱਲ ਕਰਦੇ ਹਾਂ ਤਾਂ ਉਹ ਕਿਹੜੀ ਹੈ ਜੀ? ਤਾਂ ਉਹ ਹੈ ਜੀ ਪ੍ਰੈਜ਼ੀਡੈਂਟ। ਉਸ ਤਰ੍ਹਾਂ ਹੀ ਸਟੇਟ ਦੇ ਵਿੱਚ ਜੋ ਹਾਈਐਸਟ ਪੋਸਟ ਹੁੰਦੀ ਹੈ ਉਹ ਕਿਸ ਦੀ ਹੁੰਦੀ ਹੈ ਜੀ? ਤਾਂ ਉਹ ਹੁੰਦੀ ਹੈ ਗਵਰਨਰ ਦੀ। ਤਾਂ ਦੇਖੋ ਜੀ, ਹਰ ਸਟੇਟ ਦੇ ਵਿੱਚ ਇੱਕ ਗਵਰਨਰ ਹੋਏਗਾ। ਇਹ ਕਨਸੈਪਟ ਆਪਾਂ ਕਿੱਥੋਂ ਬੋਰੋ ਕਰਿਆ ਹੈ? ਤਾਂ ਆਪਣਾ ਆਨਸਰ ਹੋਏਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। ਜ਼ਰੂਰੀ ਨਹੀਂ ਹੈ ਇੱਕ ਸਟੇਟ ਦਾ ਅਲੱਗ ਗਵਰਨਰ ਹੋਏ, 2 ਸਟੇਟ ਦਾ ਇੱਕ ਗਵਰਨਰ ਵੀ ਹੋ ਸਕਦਾ ਹੈ। ਇਸ ਤੋਂ ਬਾਅਦ ਨੈਕਸਟ ਦੈਟ ਇਜ਼ ਵੈਰੀ ਇੰਪੋਰਟੈਂਟ, ਜੁਡੀਸ਼ਰੀ ਯਾਨੀ ਕਿ ਨਿਆਂਪਾਲਿਕਾ। ਦੇਖੋ ਸਟੂਡੈਂਟ, ਜੋ ਆਪਣੀ ਗਵਰਨਮੈਂਟ ਹੁੰਦੀ ਹੈ, ਗਵਰਨਮੈਂਟ ਦੇ 3 ਪਿੱਲਰ ਹੁੰਦੇ ਹਨ ਜਾਂ 3 ਅੰਗ ਹੁੰਦੇ ਹਨ। ਕਿਹੜੇ ਅੰਗ ਹੁੰਦੇ ਹਨ? ਲੈਜਿਸਲੇਚਰ ਯਾਨੀ ਕਿ ਵਿਧਾਨ ਪਾਲਿਕਾ, ਐਗਜ਼ੀਕਿਊਟਿਵ ਕਾਰਜਪਾਲਿਕਾ ਔਰ ਜੁਡੀਸ਼ਰੀ ਨਿਆਂਪਾਲਿਕਾ। ਤਾਂ ਦੇਖੋ ਜੀ, ਜੋ ਜੁਡੀਸ਼ਰੀ ਹੈ, ਜੋ ਨਿਆਂਪਾਲਿਕਾ ਹੈ, ਇਸ ਦਾ ਕੰਸੈਪਟ ਵੀ ਆਪਾਂ ਕਿੱਥੋਂ ਬੋਰੋ ਕਰਿਆ ਹੈ? ਤਾਂ ਭਾਰਤ ਸਰਕਾਰ ਅਧਿਨਿਯਮ 1935। ਆਈ ਹੋਪ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਹਨ। ਥਰਡ, ਅਗਰ ਆਪਾਂ ਗੱਲ ਕਰਦੇ ਹਾਂ ਐਮਰਜੈਂਸੀ, ਜਿਸ ਨੂੰ ਆਪਾਂ ਬੋਲਦੇ ਹਾਂ ਜੀ ਆਪਾਤਕਾਲ, ਦੈਟ ਇਜ਼ ਵੈਰੀ ਇੰਪੋਰਟੈਂਟ। ਕੁਝ ਸਟੂਡੈਂਟ ਦੀ ਜੋ ਕਨਫਿਊਜ਼ਨ ਹੁੰਦੀ ਹੈ ਕਿ ਸਰ ਜੋ ਐਮਰਜੈਂਸੀ ਪ੍ਰੋਵੀਜ਼ਨ ਹਨ
ਉਹ ਅਸੀਂ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਨਹੀਂ ਬਲਕਿ ਜਰਮਨੀ ਤੋਂ ਲਿੱਤੀਆਂ ਹਨ। ਤਾਂ ਦੇਖੋ ਸਟੂਡੈਂਟ, ਇਹ ਗਲਤ ਹੈ। ਅਗਰ ਕੁਐਸਚਨ ਆਏਗਾ ਕਿ ਜੋ ਐਮਰਜੈਂਸੀ ਪ੍ਰੋਵੀਜ਼ਨ ਹਨ ਜਾਂ ਆਪਾਤਕਾਲ ਪ੍ਰਾਵਧਾਨ ਹਨ ਆਪਾਂ ਕਿੱਥੋਂ ਬੋਰੋ ਕਰੇ ਹਨ, ਆਪਣਾ ਆਂਸਰ ਹੋਏਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। ਦੇਖੋ ਸਟੂਡੈਂਟ, ਐਮਰਜੈਂਸੀ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਐਮਰਜੈਂਸੀ 3 ਟਾਈਪ ਦੀ ਹੁੰਦੀ ਹੈ। ਜਦੋਂ ਆਪਾਂ ਐਮਰਜੈਂਸੀ ਟੌਪਿਕ ਨੂੰ ਕਵਰ ਅਪ ਕਰਾਂਗੇ ਹਾਂਜੀ ਤਾਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਪੜ੍ਹਾਇਆ ਜਾਏਗਾ। ਨੈਸ਼ਨਲ ਐਮਰਜੈਂਸੀ ਅੰਡਰ ਆਰਟੀਕਲ 352, ਸਟੇਟ ਐਮਰਜੈਂਸੀ ਹੈ ਜਿਸ ਨੂੰ ਪ੍ਰੈਜ਼ੀਡੈਂਸ਼ੀਅਲ ਰੂਲ ਬੋਲਿਆ ਜਾਂਦਾ ਹੈ ਅੰਡਰ ਆਰਟੀਕਲ 356, ਔਰ ਥਰਡ ਹੈ ਜੀ ਫਾਈਨੈਂਸ਼ੀਅਲ ਐਮਰਜੈਂਸੀ ਜਾਂ ਵਿੱਤੀ ਆਪਾਤਕਾਲ ਅੰਡਰ ਆਰਟੀਕਲ 360। ਹਾਂਜੀ ਸਟੂਡੈਂਟ, ਦੇਖੋ ਜੀ ਐਮਰਜੈਂਸੀ ਦੇ ਬਾਰੇ ਆਪਾਂ ਕੁਝ ਇੰਪੋਰਟੈਂਟ ਪੁਆਇੰਟ ਆਪਾਂ ਦੇਖ ਚੁੱਕੇ ਹਾਂ। ਹੁਣ ਉਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਜੀ ਪਬਲਿਕ ਸਰਵਿਸ ਕਮਿਸ਼ਨ ਜਾਂ ਜਿਸ ਨੂੰ ਬੋਲਿਆ ਜਾਂਦਾ ਹੈ ਰਾਜ ਸੇਵਾ ਆਯੋਗ। ਦੇਖੋ ਸਟੂਡੈਂਟ, ਇਹ ਕੀ ਹੁੰਦਾ ਹੈ, ਹਰ ਸਟੇਟ ਦੇ ਵਿੱਚ ਇੱਕ PSC ਯਾਨੀ ਕਿ ਪਬਲਿਕ ਸਰਵਿਸ ਕਮਿਸ਼ਨ ਅਸਟੈਬਲਿਸ਼ ਕਰਿਆ ਜਾਂਦਾ ਹੈ। ਹਾਂਜੀ ਸਟੂਡੈਂਟ, ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਹੈ ਜੀ PCS ਪੰਜਾਬ ਸਿਵਲ ਸਰਵਿਸਿਜ਼, ਹਰਿਆਣਾ ਦੇ ਵਿੱਚ ਹੈ ਜੀ H ਯਾਨੀ ਕਿ ਹਰਿਆਣਾ ਸਿਵਲ ਸਰਵਿਸਿਜ਼। ਇਸ ਤਰ੍ਹਾਂ ਅਲੱਗ-ਅਲੱਗ ਸਟੇਟ ਦੇ ਵਿੱਚ ਇੱਕ PSC ਹੁੰਦਾ ਹੈ ਜਿਸ ਨੂੰ ਆਪਾਂ ਪਬਲਿਕ ਸਰਵਿਸ ਕਮਿਸ਼ਨ ਬੋਲਦੇ ਹਾਂ। ਹਾਂਜੀ ਸਟੂਡੈਂਟ, ਤਾਂ ਇਹ ਕਨਸੈਪਟ ਵੀ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਬੋਰੋ ਕਰਿਆ ਹੈ। ਆਈ ਹੋਪ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਹਨ। ਹਾਂਜੀ ਸਟੂਡੈਂਟ, ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਇਸ ਨੂੰ ਲਾਈਕ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਨੂੰ ਇਸ ਵੀਡੀਓ ਦਾ ਲਿੰਕ ਤੁਸੀਂ ਜ਼ਰੂਰ ਸੈਂਡ ਕਰਨਾ ਹੈ। ਹਾਂਜੀ ਸਟੂਡੈਂਟ, ਨੈਕਸਟ ਦੈਟ ਇਜ਼ ਵੈਰੀ ਇੰਪੋਰਟੈਂਟ ਬ੍ਰਿਟੇਨ। ਤਾਂ ਕਾਫੀ ਵਾਰ ਐਗਜ਼ਾਮ ਦੇ ਵਿੱਚ ਬ੍ਰਿਟੇਨ ਤੋਂ ਆਪਾਂ ਕੀ ਬੋਰੋ ਕਰਿਆ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਹਾਂਜੀ ਸਟੂਡੈਂਟ, 1 ਬਾਏ 1 ਆਪਾਂ ਇੱਕ ਇੱਕ ਚੀਜ਼ ਨੂੰ ਡਿਸਕਸ ਕਰਾਂਗੇ। ਆਈ ਪ੍ਰੋਮਿਸ ਟੂ ਯੂ ਇਸ ਵੀਡੀਓ ਨੂੰ ਕੰਪਲੀਟ ਦੇਖਣ ਤੋਂ ਬਾਅਦ ਤੁਹਾਡਾ ਇੱਕ ਵੀ ਡਾਊਟ ਪੈਂਡਿੰਗ ਨਹੀਂ ਰਹੇਗਾ। ਤੁਸੀਂ ਕਿਸੇ ਵੀ ਐਗਜ਼ਾਮ ਦੇ ਵਿੱਚ ਬੈਠ ਰਹੇ ਹੋ, ਤੁਹਾਡੇ ਆਉਣ ਵਾਲੇ ਸਾਰੇ ਕੁਐਸਚਨ ਜੋ ਸੰਵਿਧਾਨ ਦੇ ਸਰੋਤ ਤੋਂ ਬਣਨਗੇ ਉਹ ਸਾਰੇ ਹੀ ਆਪਾਂ ਇੱਥੇ ਡਿਸਕਸ ਕਰਾਂਗੇ। ਹਾਂਜੀ ਸਟੂਡੈਂਟ, ਆਪਾਂ ਗੱਲ ਕਰਦੇ ਹਾਂ ਆਪਾਂ ਬ੍ਰਿਟੇਨ ਦੇ ਕੌਂਸਟੀਟਿਊਸ਼ਨ ਜਾਂ ਸੰਵਿਧਾਨ ਤੋਂ ਕਿਸ ਚੀਜ਼ ਨੂੰ ਬੋਰੋ ਕਰਿਆ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਸਿੰਗਲ ਸਿਟੀਜ਼ਨਸ਼ਿਪ ਯਾਨੀ ਕਿ ਇਕਹਿਰੀ ਨਾਗਰਿਕਤਾ ਦਾ ਜੋ ਕਨਸੈਪਟ ਹੈ ਉਹ ਇੰਡੀਆ ਨੇ ਕਿੱਥੋਂ ਬੋਰੋ ਕਰਿਆ ਹੈ। ਤਾਂ ਆਪਣਾ ਆਨਸਰ ਹੋਏਗਾ ਜੀ ਬ੍ਰਿਟੇਨ। ਤਾਂ ਦੇਖੋ ਸਟੂਡੈਂਟ, ਇੰਡੀਆ ਦੇ ਵਿੱਚ ਜੋ ਸਿਟੀਜ਼ਨਸ਼ਿਪ ਜੋ ਅਗਰ ਆਪਾਂ ਗੱਲ ਕਰਦੇ ਹਾਂ ਸਿਟੀਜ਼ਨਸ਼ਿਪ ਦੀ ਤਾਂ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਹਾਂਜੀ ਸਟੂਡੈਂਟ, ਤਾਂ ਡਿਊਲ ਸਿਟੀਜ਼ਨਸ਼ਿਪ ਇਸ ਤੋਂ ਪਹਿਲੇ ਇੰਡੀਆ ਦੀ ਇੱਕ ਸਟੇਟ ਅੰਡਰ ਆਰਟੀਕਲ 370 ਜੰਮੂ ਕਸ਼ਮੀਰ ਦੇ ਕੋਲ ਸੀ, ਬਟ ਨਰਿੰਦਰ ਮੋਦੀ ਗਵਰਨਮੈਂਟ ਨੇ 31 ਅਕਤੂਬਰ 2019 ਨੂੰ 370 ਆਰਟੀਕਲ ਔਰ 35A ਆਰਟੀਕਲ ਨੂੰ ਖਤਮ ਕਰਕੇ ਪੂਰੇ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਦਾ ਕਨਸੈਪਟ ਲਾਗੂ ਕਰ ਦਿੱਤਾ ਹੈ। ਆਈ ਹੋਪ ਇਹ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੈ। ਔਰ ਸਿੰਗਲ ਸਿਟੀਜ਼ਨਸ਼ਿਪ ਦਾ ਕਨਸੈਪਟ ਆਪਾਂ ਕਿੱਥੋਂ ਬੋਰੋ ਕਰਿਆ, ਦਾ ਬ੍ਰਿਟੇਨ ਤੋਂ। ਨੈਕਸਟ ਵੈਰੀ ਇੰਪੋਰਟੈਂਟ ਰੂਲ ਆਫ ਲਾਅ ਯਾਨੀ ਕਿ ਕਾਨੂੰਨ ਦਾ ਰਾਜ। ਦੇਖੋ ਸਟੂਡੈਂਟ, ਇੰਡੀਆ ਦੇ ਵਿੱਚ ਕੀ ਫੋਲੋ ਕਰਦੇ ਹਾਂ, ਰੂਲ ਆਫ ਲਾਅ ਯਾਨੀ ਕਿ ਕਾਨੂੰਨ ਦਾ ਰਾਜ ਜੋ ਆਪਾਂ ਬ੍ਰਿਟੇਨ ਤੋਂ ਅਡੋਪਟ ਕਰਿਆ ਹੈ। ਰੂਲ ਆਫ ਲਾਅ ਦਾ ਮਤਲਬ ਹੁੰਦਾ ਹੈ ਸਟੂਡੈਂਟ, ਅਗਰ ਕੋਈ ਮੈਂ ਖੂਨ ਕਰਦਾ ਹਾਂ ਜਾਂ ਤੁਸੀਂ ਖੂਨ ਕਰਦੇ ਹੋ, ਗਰੀਬ ਖੂਨ ਕਰੇ ਜਾਂ ਅਮੀਰ ਖੂਨ ਕਰੇ ਤਾਂ ਉਸ ਦੀ ਸਜ਼ਾ ਸਾਰਿਆਂ ਨੂੰ ਹੀ ਸੇਮ ਮਿਲੇਗੀ। ਇਸ ਕਾਨੂੰਨ ਨੂੰ ਹੀ ਬੋਲਿਆ ਜਾਂਦਾ ਹੈ ਰੂਲ ਆਫ ਲਾਅ। ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ, ਜਦੋਂ ਰਾਜੇ ਮਹਾਰਾਜੇ ਹੁੰਦੇ ਸੀ ਤਾਂ ਉਹਨਾਂ ਦੇ ਮੂਡ 'ਤੇ ਡਿਪੈਂਡ ਹੁੰਦਾ ਸੀ। ਅਗਰ ਕੋਈ ਪਰਸਨ ਕੋਈ ਕਤਲ ਕਰਦਾ ਹੈ ਤਾਂ ਉਸ ਨੂੰ ਕੀ ਹੈ, ਅਗਰ ਉਹਨਾਂ ਦਾ ਮੂਡ ਚੰਗਾ ਹੈ ਤਾਂ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਸੀ, ਬਟ ਜਦੋਂ ਰਾਜੇ ਦਾ ਮੂਡ ਸਹੀ ਨਹੀਂ ਹੈ ਤਾਂ 2 ਰੁਪਏ ਦੀ ਚੋਰੀ ਪਿੱਛੇ ਵੀ ਉਸ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਸੀ। ਇਸ ਨੂੰ ਬੋਲਿਆ ਜਾਂਦਾ ਹੈ ਰੂਲ ਆਫ ਮੈਨ। ਬਟ ਇੰਡੀਆ ਦੇ ਵਿੱਚ ਕੀ ਹੈ ਜੀ, ਰੂਲ ਆਫ ਲਾਅ ਯਾਨੀ ਕਿ ਕਾਨੂੰਨ ਦਾ ਰਾਜ। ਕਾਨੂੰਨ ਦੇ ਸਾਹਮਣੇ ਸਾਰੇ ਹੀ ਬਰਾਬਰ ਹਨ। ਇਹ ਕਨਸੈਪਟ ਆਪਾਂ ਕਿੱਥੋਂ ਬੋਰੋ ਕਰਿਆ, ਦੈਟ ਇਜ਼ ਬ੍ਰਿਟੇਨ। ਨੈਕਸਟ ਗੱਲ ਕਰਦੇ ਹਾਂ ਜੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਜਿਸ ਨੂੰ ਬੋਲਿਆ ਜਾਂਦਾ ਹੈ ਸੰਸਦੀ ਸਰਕਾਰ। ਤਾਂ ਬ੍ਰਿਟੇਨ ਤੋਂ ਆਪਾਂ ਕੀ ਬੋਰੋ ਕਰਿਆ, ਇੰਡੀਆ ਦੀ ਜੋ ਸਰਕਾਰ ਹੋਏਗੀ ਉਹ ਕਿਹੜੀ ਹੋਏਗੀ, ਤਾਂ ਉਹ ਹੋਏਗੀ ਜੀ ਸੰਸਦੀ ਸਰਕਾਰ।
यानी कि पार्लीमेंट्री फॉर्म ऑफ गवर्नमेंट। इसका मतलब होंदा है स्टूडेंट कि जो भी इंडिया की गवर्नमेंट होएगी वो संसद के प्रति जवाबदेही होएगी। हाँ जी, बट यूएसए ਦੇ ਵਿੱਚ ऐदा नहीं है। ਉੱਥੇ ਕੀ है जी, ਪ੍ਰੈਜ਼ੀਡੈਂਸ਼ੀਅਲ फॉर्म ऑफ गवर्नमेंट ਹੁੰਦੀ है। ਉੱਥੇ ਸਭ ਤੋਂ ਹਾਈਐਸਟ ਕੌਣ है जी, ਪ੍ਰੈਜ਼ੀਡੈਂਟ। बट इंडिया ਦੇ ਵਿੱਚ ਹਾਈਐਸਟ ਕੌਣ है जी, सांसद। आई होप ये चीज़ ਤੁਹਾਨੂੰ क्लीयर हो चुकी होएगी। नैक्सट देखो जी, दो पोस्ट की आप गल करांगे जो अक्सर एग्जाम ਦੇ ਵਿੱਚ ਪੁੱਛੇ ਜਾਂਦੀਆਂ ਹਨ। सब तो पहली है जी पोस्ट ऑफ पीएम, यानी कि जो प्राइम मिनिस्टर की जो पोस्ट होंदी है इंडिया दे विच, जो गवर्नमेंट का हैड होंदा है, गवर्नमेंट का मुखी होंदा है, उसनों बोलिया जाता है पीएम या फिर प्राइम मिनिस्टर। तो ये जो कंसैप्ट है ये आपां कित्थों बोरो करिया, तो आपां करिया जी ब्रिटेन के संविधान तो। नैक्सट है जी पोस्ट ऑफ स्पीकर। आई होप ये चीज़ तुहानूं पता होएगी। देखो जी, पार्लीमेंट दे विच दो सदन होंदे हन, लोक सभा और राज सभा। तो लोक सभा दे विच जो अध्यक्ष या आपां बोल सकते हाँ जो लोक सभा के सैशन नूं एड्रैस करता है या जिस जो लोक सभा के सैशन की अध्यक्षता करता है उसनूं बोलिया जाता है स्पीकर। और राज सभा के जो सैशन हैं उन्होंने जो एड्रैस करता है उसनूं बोलिया जाता है चेयरमैन। तो लोक सभा का जो स्पीकर होएगा, इस कंसैप्ट नूं आपां ब्रिटेन के संविधान तो बोरो करया है। आई होप एक एक चीज़ तुहानूं क्लीयर हो रही है। हाँ जी स्टूडेंट, ब्रिटेन तो लास्ट जो कंसैप्ट आपां लिता है आपां उसनूं देखते हाँ जो सब तो ज़्यादा इंपोर्टेंट है, वो है जी बाय कैमरल पार्लीमेंट। सब तो पहला स्टूडेंट आपां देखते हाँ बाय कैमरल पार्लीमेंट का मतलब की होंदा है। स्टूडेंट, बाय का मतलब होंदा है टू और कैमरल का मतलब होंदा है हाउस, यानी कि दो हाउस या फिर दो सदन। हाँ जी स्टूडेंट, तो इंडिया दे विच जो पार्लीमेंट होएगी, जो संसद होएगी, उसके किन्ने सदन होणगे, तो दो सदन। और इंडिया दे विच जो पार्लीमेंट है उसके दो सदन किहड़े किहड़े हैं, राज सभा और सैकेंड है जी लोक सभा, जिसनों अपर हाउस और लोअर हाउस बोलिया जाता है। स्टूडेंट, काफ़ी बार एग्जाम दे विच पूछा गया है कि जो बाय कैमरल सिस्टम है या फिर बाय कैमरल या दो सदनी जो संसद का जो कंसैप्ट है इंडिया ने किस कंट्री तो बोरो करिया, तो अपना आंसर होएगा जी ब्रिटेन। आई होप ये चीज़ां तुहानूं क्लीयर हो चुकिया होणगियां। एक बार आपां रिपीट कर लेंदे हाँ, ब्रिटेन तो आपां की अडोप्ट करिया, सिंगल सिटीजनशिप, रूल ऑफ लॉ, पार्लीमेंट फॉर्म ऑफ गवर्नमेंट, पोस्ट ऑफ पीएम एंड स्पीकर, और लास्ट है जी बाय कैमरल पार्लीमेंट। हुण आपां गल करते हैं जी यूएसए, दैट इज़ अगेन वेरी इंपोर्टेंट फॉर योर एग्जाम परस्पैक्टिव। हाँ जी स्टूडेंट, यूएसए तो जो आप सब तो इंपोर्टेंट चीज़ अडोप्ट करी है वो है जी फंडामेंटल राइट, जिसनों आप बोलते हैं जी मौलिक अधिकार। दैट इज़ वेरी वेरी इंपोर्टेंट। ये जिन्ने भी स्टूडेंट कंसैप्ट हैं आप ये अपनी अलग वीडियो के विच कवर अप कर चुके हैं, और जो भी टॉपिक पेंडिंग हैं वो आप जल्दी ही कवर अप करांगे। तुसी साडे चैनल दे नाल बने रहना है, स्टार्टिंग तो लैके एंड तक, जीरो तो हीरो लैवल तक तुहानूं फ्री ऑफ कॉस्ट सारा डाटा प्रोवाइड करवाया जाएगा। हाँ जी, तो देखो स्टूडेंट, फंडामेंटल राइट आपां बोरो करिया है यूएसए तो। कई बार एग्जाम दे विच इसनूं क्वेश्चन की आएगा कि जो फंडामेंटल राइट हैं संविधान दे किस पार्ट दे विच एग्जिस्ट करते हैं, तो पार्ट नंबर 3 डील विद फंडामेंटल राइट। आई होप ये भी चीज़ तुहानूं क्लीयर हो चुकी होएगी। अपने संविधान दे विच एट प्रजेंट 6 फंडामेंटल राइट हैं। हाँ जी, इन्हों आप 1 बाय 1 डिस्कस कर चुके हाँ अपनी प्रीवियस लैक्चर दे विच। हाँ जी, नैक्सट मूव करते हाँ जी प्रेएम्बल ऑफ कॉन्स्टिट्यूशन, यानी कि संविधान की प्रस्तावना। तो स्टूडेंट, जो संविधान की प्रस्तावना का जो कंसैप्ट है ये भी आप कित्थों बोरो करिया, तो ये आप बोरो करिया जी यूएसए तो। हाँ जी स्टूडेंट, जो संविधान है उसकी प्रस्तावना, इसका मतलब है जी प्रस्तावना की होंदी है इंट्रोडक्शन पार्ट
ਜਾਂ ਫਿਰ ਪ੍ਰੀਫੇਸ ਆਫ ਦਾ ਕੌਨਸਟੀਟਿਊਸ਼ਨ, ਜਿਸ ਤੋਂ ਆਪਾਂ ਨੂੰ ਸੰਵਿਧਾਨ ਦੇ ਨੇਚਰ ਦਾ ਪਤਾ ਚੱਲਦਾ ਹੈ। ਔਰ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਇੰਡੀਪੈਂਡੈਂਸ ਜੁਡੀਸ਼ਰੀ, ਮਤਲਬ ਸੁਤੰਤਰ ਨਿਆਂਪਾਲਿਕਾ। ਦੇਖੋ ਸਟੂਡੈਂਟ, ਪਹਿਲੇ ਆਪਾਂ ਦੇਖਿਆ ਜੁਡੀਸ਼ਰੀ, ਤਾਂ ਜੁਡੀਸ਼ਰੀ ਦਾ ਕੰਸੈਪਟ ਆਪਾਂ ਕਿੱਥੋਂ ਬੋਰੋ ਕਰਿਆ? ਗਵਰਨਮੈਂਟ ਆਫ ਇੰਡੀਆ ਐਕਟ 1935। ਤਾਂ ਇੱਥੇ ਆਪਾਂ ਗੱਲ ਕਰ ਰਹੇ ਹਾਂ ਜੀ ਸੁਤੰਤਰ ਨਿਆਂਪਾਲਿਕਾ। ਕਹਿਣ ਦਾ ਮਤਲਬ ਹੈ ਜੀ, ਦੇਖੋ ਜੀ ਆਪਣੀ ਗਵਰਨਮੈਂਟ ਦੇ 3 ਔਰਗਨ ਹੁੰਦੇ ਹਨ, ਲੈਜਿਸਲੇਚਰ ਵਿਧਾਨਪਾਲਿਕਾ, ਐਗਜ਼ੀਕਿਊਟਿਵ ਕਾਰਜਪਾਲਿਕਾ, ਉਸ ਤੋਂ ਬਾਅਦ ਹੈ ਜੀ ਜੁਡੀਸ਼ਰੀ ਨਿਆਂਪਾਲਿਕਾ। ਤਾਂ ਦੇਖੋ ਜੀ ਜੋ ਜੁਡੀਸ਼ਰੀ ਹੈ ਇਹ ਕੀ ਹੈ? ਬਿਲਕੁਲ ਹੀ ਇੰਡੀਪੈਂਡੈਂਟ ਹੈ, ਕਿਸੇ ਨਾਲ ਵੀ ਜੁਆਇੰਟ ਨਹੀਂ ਹੈ। ਤਾਂ ਇਹ ਜੋ ਕੰਸੈਪਟ ਹੈ ਇਹ ਆਪਾਂ ਕਿੱਥੋਂ ਬੋਰੋ ਕਰਿਆ? ਤਾਂ USA ਦੇ ਕੌਨਸਟੀਟਿਊਸ਼ਨ ਤੋਂ ਬੋਰੋ ਕਰਿਆ। ਔਰ ਕਿਸੇ ਵੀ ਕੰਟਰੀ ਦੇ ਵਿੱਚ ਇੰਡੀਪੈਂਡੈਂਟ ਜੁਡੀਸ਼ਰੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਲੋਕਾਂ ਨੂੰ ਆਪਾਂ ਨਿਆਂ ਜਾਂ ਫਿਰ ਜਸਟਿਸ ਦਿਲਵਾਉਣਾ ਚਾਹੁੰਦੇ ਹਾਂ ਤਾਂ ਜਦੋਂ ਤੱਕ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਹੋਏਗੀ ਉਨੀ ਦੇਰ ਤੱਕ ਪਬਲਿਕ ਨੂੰ ਜੋ ਸੋਸ਼ਲ ਜਸਟਿਸ, ਇਕਨੋਮਿਕ ਜਸਟਿਸ ਔਰ ਪੋਲੀਟੀਕਲ ਜਸਟਿਸ ਹੁੰਦੇ ਹਨ ਇਹ ਕਦੇ ਵੀ ਨਹੀਂ ਦਿਲਵਾਏ ਜਾ ਸਕਦੇ। ਤਾਂ ਇਸ ਲਈ ਇੰਡੀਆ ਨੇ ਕਿਸ ਕੰਸੈਪਟ ਨੂੰ ਬੋਰੋ ਕਰਿਆ? ਸੁਤੰਤਰ ਨਿਆਂਪਾਲਿਕਾ। ਔਰ ਕਿਸ ਕੰਟਰੀ ਤੋਂ? ਆਪਣਾ ਆਂਸਰ ਹੋਏਗਾ ਜੀ USA। ਨੈਕਸਟ ਦੈਟ ਇਜ਼ ਵੈਰੀ ਇੰਪੋਰਟੈਂਟ, ਇੰਪੀਚਮੈਂਟ ਆਫ ਪ੍ਰੈਜ਼ੀਡੈਂਟ, ਯਾਨੀ ਕਿ ਰਾਸ਼ਟਰਪਤੀ ਦੇ ਮਹਾਭਿਯੋਗ। ਹੁਣ ਇਹ ਕੀ ਹੁੰਦਾ ਹੈ? ਤਾਂ ਦੇਖੋ ਸਟੂਡੈਂਟ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਰਾਸ਼ਟਰਪਤੀ ਦੇ ਮਹਾਭਿਯੋਗ ਦੀ ਜੋ ਵਿਧੀ ਚਲਾਈ ਜਾਂਦੀ ਹੈ ਜਾਂ ਫਿਰ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ, ਇਹ ਆਪਾਂ ਬੋਰੋ ਕਰਿਆ ਹੈ ਜੀ USA ਤੋਂ। ਦੇਖੋ ਸਟੂਡੈਂਟ, ਆਰਟੀਕਲ ਅੰਡਰ 52 ਦੱਸਿਆ ਗਿਆ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਏਗਾ ਔਰ ਅਗਰ ਉਹ ਰਾਸ਼ਟਰਪਤੀ ਕੌਨਸਟੀਟਿਊਸ਼ਨ ਦੇ ਅਗੇਂਸਟ ਜਾ ਕੇ ਵਰਕ ਕਰਦਾ ਹੈ ਤਾਂ ਉਸ ਨੂੰ ਹਟਾਉਣ ਦਾ ਜੋ ਪ੍ਰੋਸੈਸ ਹੈ ਉਸ ਨੂੰ ਹੀ ਬੋਲਿਆ ਜਾਂਦਾ ਹੈ ਇੰਪੀਚਮੈਂਟ ਪ੍ਰੋਸੈਸ ਅੰਡਰ ਆਰਟੀਕਲ 61। ਤਾਂ ਇਹ ਪ੍ਰੋਸੈਸ ਆਪਾਂ ਬੋਰੋ ਕਰਿਆ USA ਤੋਂ। ਨੈਕਸਟ ਦੈਟ ਇਜ਼ ਅਗੇਨ ਵੈਰੀ ਇੰਪੋਰਟੈਂਟ, ਰਿਮੂਵਲ ਆਫ ਜੱਜਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ, ਯਾਨੀ ਕਿ ਜੋ ਆਪਣਾ ਸੁਪਰੀਮ ਕੋਰਟ ਹੈ ਅਤੇ ਹਾਈ ਕੋਰਟ ਹੈ ਉਸ ਦੇ ਜੱਜ ਨੂੰ ਉਹਨਾਂ ਦੀ ਪੋਸਟ ਤੋਂ ਕਿਸ ਤਰ੍ਹਾਂ ਹਟਾਇਆ ਜਾ ਸਕਦਾ ਹੈ। ਤਾਂ ਇਹ ਸਾਰੇ ਜੋ ਪ੍ਰੋਵੀਜ਼ਨ ਹਨ ਆਪਾਂ ਕਿੱਥੋਂ ਲਿੱਤੇ ਹਨ? ਤਾਂ ਆਪਾਂ ਲਿੱਤੇ ਹਨ ਜੀ USA ਤੋਂ। ਇੱਕ ਵਾਰ ਆਪਾਂ ਰਿਪੀਟ ਕਰਦੇ ਹਾਂ, USA ਤੋਂ ਆਪਾਂ ਕਿਹੜੀ ਕਿਹੜੀ ਚੀਜ਼ ਨੂੰ ਬੋਰੋ ਕਰਿਆ ਹੈ? ਸਭ ਤੋਂ ਪਹਿਲੇ ਫੰਡਾਮੈਂਟਲ ਰਾਈਟ, ਪ੍ਰੈਂਬਲ ਆਫ ਦਾ ਕੌਨਸਟੀਟਿਊਸ਼ਨ, ਇੰਡੀਪੈਂਡੈਂਟ ਜੁਡੀਸ਼ਰੀ, ਇੰਪੀਚਮੈਂਟ ਆਫ ਪ੍ਰੈਜ਼ੀਡੈਂਟ, ਰਿਮੂਵਲ ਆਫ ਜੱਜਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ। ਆਈ ਥਿੰਕ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਰਹੀਆਂ ਹਨ। ਅਗਰ ਵੀਡੀਓ ਪਸੰਦ ਆ ਰਹੀ ਹੈ ਤਾਂ ਇਸ ਨੂੰ ਲਾਈਕ ਕਰੋ ਔਰ ਅਗਰ ਵੀਡੀਓ ਪਸੰਦ ਨਹੀਂ ਆ ਰਹੀ ਹੈ ਤਾਂ ਇਸ ਨੂੰ ਡਿਸਲਾਈਕ ਵੀ ਤੁਸੀਂ ਕਰ ਸਕਦੇ ਹੋ। ਅਗਰ ਵੀਡੀਓ ਜ਼ਿਆਦਾ ਹੀ ਪਸੰਦ ਆ ਰਹੀ ਹੈ ਤਾਂ ਇਸ ਵੀਡੀਓ ਦਾ ਲਿੰਕ ਆਪਣੇ ਜਿੰਨੇ ਵੀ ਤੁਹਾਡੇ ਫਰੈਂਡ ਹਨ ਉਹਨਾਂ ਤੱਕ ਇਸ ਨੂੰ ਜ਼ਰੂਰ ਸੈਂਡ ਕਰਨਾ ਹੈ। ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ ਜੀ ਆਇਰਲੈਂਡ ਦੀ, ਤਾਂ ਆਇਰਲੈਂਡ ਤੋਂ ਆਪਾਂ 2 ਕੰਸੈਪਟ ਬੋਰੋ ਕਰੇ। ਸਭ ਤੋਂ ਪਹਿਲਾ ਹੈ ਜੀ DPSP, ਜਿਸ ਨੂੰ ਬੋਲਿਆ ਜਾਂਦਾ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਯਾਨੀ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਐਗਜ਼ਾਮ ਦੇ ਵਿੱਚ ਸਭ ਤੋਂ ਜ਼ਿਆਦਾ ਵਾਰ ਪੁੱਛਿਆ ਜਾਣ ਵਾਲਾ ਕੁਐਸਚਨ ਕਿ DPSP ਜਾਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਇਹ ਜੋ ਕੰਸੈਪਟ ਹੈ ਆਪਾਂ ਕਿਸ ਕੰਟਰੀ ਤੋਂ ਬੋਰੋ ਕਰਿਆ? ਤਾਂ ਆਪਣਾ ਆਂਸਰ ਹੋਏਗਾ ਜੀ ਆਇਰਲੈਂਡ ਤੋਂ। ਔਰ ਅਗਰ ਕੁਐਸਚਨ ਆਏ ਕਿ ਆਇਰਲੈਂਡ ਨੇ ਇਹ ਕੰਸੈਪਟ ਕਿੱਥੋਂ ਬੋਰੋ ਕਰਿਆ ਤਾਂ ਆਪਣਾ ਆਂਸਰ ਹੋਏਗਾ ਜੀ ਸਪੇਨ ਤੋਂ। ਤਾਂ ਦੇਖੋ ਜੀ ਜੋ DPSP ਹੈ ਇਹ ਜੋ ਓਰੀਜਨਲ ਕੰਸੈਪਟ ਹੈ ਇਹ ਹੈ ਸਪੇਨ ਦਾ। ਸਪੇਨ ਤੋਂ ਬੋਰੋ ਕਰਿਆ ਆਇਰਲੈਂਡ ਨੇ ਔਰ ਆਇਰਲੈਂਡ ਤੋਂ ਬੋਰੋ ਕਰਿਆ ਇੰਡੀਆ ਨੇ। ਤਾਂ ਇਹ DPSP ਕੀ ਹੁੰਦੇ ਹਨ? ਤਾਂ ਦੇਖੋ ਜੀ ਇਸ ਨੂੰ ਵੀ ਮੈਂ ਇੱਕ ਕੰਪਲੀਟ ਲੈਕਚਰ ਦੇ ਵਿੱਚ ਕੰਪਲੀਟ ਕਰਵਾਇਆ ਹੈ। ਗਵਰਨਮੈਂਟ ਜੋ ਵੀ ਪੋਲਿਸੀ ਤਿਆਰ ਕਰਦੀ ਹੈ ਉਹ DPSP ਨੂੰ ਧਿਆਨ ਵਿੱਚ ਰੱਖ ਕੇ ਹੀ ਕਰਦੀ ਹੈ। ਨੈਕਸਟ ਗੱਲ ਕਰਦੇ ਹਾਂ ਜੀ ਇਲੈਕਸ਼ਨ ਆਫ ਪ੍ਰੈਜ਼ੀਡੈਂਟ, यानी कि राष्ट्रपति की चुनाव विधि, प्रोविजन ऑफ इलैक्शन ऑफ प्रेजिडेंट। तो देखो जी आप पहला देखा कि जो राष्ट्रपति है अंडर आर्टिकल 52
ਇੰਡੀਆ ਦਾ ਇੱਕ ਰਾਸ਼ਟਰਪਤੀ ਹੋਏਗਾ। ਹਾਂਜੀ, ਤਾਂ ਅਗਰ ਆਪਾਂ ਇੰਪੀਚਮੈਂਟ ਦੀ ਗੱਲ ਕਰਦੇ ਹਾਂ ਤਾਂ ਆਪਾਂ ਦੇਖਿਆ ਜੀ ਆਪਾਂ USA ਤੋਂ ਕਨਸੈਪਟ ਲਿੱਤਾ ਹੈ। ਆਇਰਲੈਂਡ ਤੋਂ ਆਪਾਂ ਕੀ ਲਿੱਤਾ, ਇਲੈਕਸ਼ਨ ਆਫ ਪ੍ਰੈਜ਼ੀਡੈਂਟ ਜਾਂ ਫਿਰ ਰਾਸ਼ਟਰਪਤੀ ਦੀ ਚੁਣਾਵ ਵਿਧੀ, ਯਾਨੀ ਕਿ ਰਾਸ਼ਟਰਪਤੀ ਦੇ ਜੋ ਚੁਣਾਵ ਹੋਣਗੇ ਉਹਨਾਂ ਦੇ ਵਿੱਚ ਕੌਣ-ਕੌਣ ਪਾਰਟਿਸਿਪੇਟ ਕਰੇਗਾ ਔਰ ਕਿਹੜੀ ਵਿਧੀ ਹੋਏਗੀ। ਤਾਂ ਦੇਖੋ ਜੀ ਜੋ ਵਿਧੀ ਹੈ ਇਹ ਵੀ ਮੈਂ ਪ੍ਰੈਜ਼ੀਡੈਂਟ ਦੇ ਲੈਕਚਰ ਦੇ ਵਿੱਚ ਪੂਰਾ ਟੋਟਲ ਇਸ ਨੂੰ ਕੰਪਲੀਟ ਕਰਵਾਇਆ ਹੈ। ਹਾਂਜੀ, ਤਾਂ ਜੋ ਵਿਧੀ ਹੈ ਉਹ ਹੈ ਜੀ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ। ਹਾਂਜੀ, ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਹੈ ਜੀ ਰਸ਼ੀਆ ਤੋਂ ਆਪਾਂ 3 ਚੀਜ਼ਾਂ ਅਡੋਪਟ ਕਰੀਆਂ ਹਨ। ਸਭ ਤੋਂ ਪਹਿਲਾਂ ਹੈ ਜੀ ਫੰਡਾਮੈਂਟਲ ਡਿਊਟੀਜ਼, ਜਿਸ ਨੂੰ ਬੋਲਿਆ ਜਾਂਦਾ ਹੈ ਮੌਲਿਕ ਕਰਤੱਵ। ਦੇਖੋ ਸਟੂਡੈਂਟ, ਕਨਫਿਊਜ਼ ਨਹੀਂ ਹੋਣਾ ਹੈ। ਮੌਲਿਕ ਅਧਿਕਾਰ ਆਪਾਂ ਬੋਰੋ ਕਰੇ ਹਨ USA ਤੋਂ, ਔਰ ਅਧਿਕਾਰਾਂ ਤੋਂ ਇਲਾਵਾ ਜੋ ਆਪਣੀ ਰਿਸਪੌਂਸਿਬਿਲਟੀ ਹੁੰਦੀ ਹੈ ਉਹ ਹੁੰਦੀਆਂ ਹਨ ਜੀ ਫੰਡਾਮੈਂਟਲ ਡਿਊਟੀ, ਜੋ ਆਪਾਂ ਰਸ਼ੀਆ ਤੋਂ ਬੋਰੋ ਕਰੀਆਂ ਹਨ। ਦੇਖੋ ਸਟੂਡੈਂਟ, ਹਰ ਪਰਸਨ ਦੇ ਲਈ ਕਾਫੀ ਸਾਰੇ ਮੌਲਿਕ ਅਧਿਕਾਰ ਹੁੰਦੇ ਹਨ ਜੋ ਉਸ ਦੇ ਵਿਕਾਸ ਦੇ ਵਿੱਚ ਕਾਫੀ ਹੈਲਪ ਕਰਦੇ ਹਨ। ਬਟ ਅਗਰ ਇਨਸਾਨ ਨੂੰ ਫੰਡਾਮੈਂਟਲ ਰਾਈਟ ਦਿੱਤੇ ਗਏ ਹਨ ਤਾਂ ਉਸ ਦੇ ਕੁਝ ਮੂਲ ਕਰਤੱਵ ਵੀ ਬਣਦੇ ਹਨ, ਕੁਝ ਫੰਡਾਮੈਂਟਲ ਡਿਊਟੀਜ਼ ਵੀ ਬਣਦੀਆਂ ਹਨ ਜੋ ਉਸ ਨੂੰ ਪਰਫਾਰਮ ਕਰਨੀਆਂ ਪੈਂਦੀਆਂ ਹਨ। ਤਾਂ ਟੋਟਲ 11 ਫੰਡਾਮੈਂਟਲ ਡਿਊਟੀਜ਼ ਹਨ। ਹਾਂਜੀ ਸਟੂਡੈਂਟ, ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ 5 ਈਅਰ ਪਲਾਨ, ਦੈਟ ਇਜ਼ ਵੈਰੀ ਇੰਪੋਰਟੈਂਟ। ਦੇਖੋ ਸਟੂਡੈਂਟ, ਇੰਡੀਆ ਦੇ ਵਿੱਚ 5 ਈਅਰ ਪਲਾਨ ਯਾਨੀ ਕਿ 5 ਸਾਲਾਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ। ਤਾਂ ਜੋ ਵੀ ਨਵੀਂ ਗਵਰਨਮੈਂਟ ਆਉਂਦੀ ਹੈ ਉਹ 5 ਈਅਰ ਪਲਾਨ ਆਪਣਾ ਲਾਂਚ ਕਰਦੀ ਹੈ। ਇਹ ਵੀ ਪ੍ਰੋਸੈਸ ਆਪਾਂ ਰਸ਼ੀਆ ਤੋਂ ਬੋਰੋ ਕਰਿਆ ਹੈ। ਨੈਕਸਟ ਦੈਟ ਇਜ਼ ਵੈਰੀ ਇੰਪੋਰਟੈਂਟ ਜਸਟਿਸ, ਯਾਨੀ ਕਿ ਨਿਆਂ। ਦੇਖੋ ਸਟੂਡੈਂਟ, ਜਸਟਿਸ ਯਾਨੀ ਕਿ ਨਿਆਂ, ਤਾਂ ਜੋ ਵੀ ਇੰਡੀਆ ਦੀ ਪਬਲਿਕ ਹੈ ਉਸ ਨੂੰ ਕਿਸ ਤਰ੍ਹਾਂ ਦਾ ਜਸਟਿਸ ਦਿੱਤਾ ਜਾਏਗਾ। ਤਾਂ ਦੇਖੋ ਜੀ 3 ਟਾਈਪ ਦਾ ਜਸਟਿਸ ਦਿੱਤਾ ਜਾਂਦਾ ਹੈ। ਐਗਜ਼ਾਮ ਦੇ ਵਿੱਚ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। सोशल यानी कि सामाजिक, इकोनॉमिक यानी कि आर्थिक, और पॉलिटिकल यानी कि राजनीतिक न्याय। सोशल जस्टिस, इकोनॉमिक जस्टिस और पॉलिटिकल जस्टिस, इस तो इलावा कोई भी जस्टिस इंडिया दे विच नहीं दिता जाता। और ये वाले आपां कंसैप्ट बोरो करे जी रशिया तो। नैक्सट है जी जर्मनी। देखो स्टूडेंट, जर्मनी तो आपां एक ही चीज़ अडोप्ट करी है, वो है जी सस्पेंड ऑफ फंडामेंटल राइट ड्यूरिंग नेशनल एमरजेंसी, यानी कि राष्ट्रीय आपातकाल समय फंडामेंटल राइट का खत्म होना। हुण देखो स्टूडेंट, बड़ी ही इंटरस्टिंग चीज़ है, इत्थों तुहाडे काफ़ी सारे क्वेश्चन कवरअप होणगे। सब तो पहली चीज़ जो एमरजेंसी है, एमरजेंसी नूं आपां कित्थों अडोप्ट करिया, तो आपां पहलां पढ़ चुके हाँ गवर्नमेंट ऑफ इंडिया एक्ट 1935। बट जदों क्वेश्चन आए कि नैशनल एमरजेंसी के टाइम अपने जो फंडामेंटल राइट हैं उन्हां दा सस्पेंड होना, ये प्रोसैस आपां कित्थों लिता है, तो ये लिता है जी जर्मनी तो। हुण देखो स्टूडेंट, जदों भी नैशनल एमरजेंसी लगाई जाती है आर्टिकल नंबर 19 आटोमैटिक डिजोल्व हो जाता है, आटोमैटिक सस्पेंड हो जाता है। उस तो बाद पार्लीमेंट और प्रेजिडेंट एक मीटिंग बुलाते हैं, उस दे विच डिसाइड कराया जाता है कि नैशनल एमरजेंसी के टाइम होर किहड़ा फंडामेंटल राइट डिलीट करना है। देखो जी, जदों तक नैशनल एमरजेंसी लगेगी, परमानेंट नहीं, नैशनल एमरजेंसी के टाइम। हुण देखो स्टूडेंट, एक क्वेश्चन और देखो, आपां देखिया कि नैशनल एमरजेंसी के टाइम आर्टिकल नंबर 19 आटोमैटिक ही खत्म हो गया, और उस तो बाद मीटिंग दे विच डिसाइड कराया जाता है किहड़े आर्टिकल क्लोज करने हैं। बट 2 आर्टिकल कदे भी सस्पेंड नहीं किए जा सकते, वो किहड़े हैं जी, आर्टिकल नंबर 20 और आर्टिकल नंबर 21। हुण तुसी कमेंट दे विच दसना है आर्टिकल नंबर 20 और आर्टिकल नंबर 21 किस दे नाल डील करते हैं। हाँ जी स्टूडेंट, अगर वीडियो पसंद आ रही है तो इसनूं लाइक करो, और अगर वीडियो पसंद नहीं आ रही है तो इसनूं डिसलाइक भी तुसी कर सकते हो। नैक्सट है जी ऑस्ट्रेलिया। तो ऑस्ट्रेलिया तो आपां 2 चीज़ां हैं जो आपां स्टडी करांगे। सब तो पहले है जी कनकरेंट लिस्ट, जिसनूं बोलिया जाता है समवर्ती सूची।
हाँ जी स्टूडेंट, काफ़ी बार एग्जाम ਦੇ ਵਿੱਚ ਪੁੱਛਿਆ ਗਿਆ ਹੈ ਕੌਨਕਰੈਂਟ ਲਿਸਟ ਜਾਂ ਫਿਰ ਸਮਵਰਤੀ ਸੂਚੀ ਕਿਸ ਕੰਟਰੀ ਦੇ ਕਨਸਟੀਟਿਊਸ਼ਨ ਤੋਂ ਅਡਾਪਟ ਕਰੀ ਹੈ, ਤਾਂ ਆਪਣਾ ਆਨਸਰ ਹੋਏਗਾ ਜੀ ਆਸਟ੍ਰੇਲੀਆ। ਹੁਣ ਦੇਖਦੇ ਹਾਂ ਜੀ ਕੌਨਕਰੈਂਟ ਲਿਸਟ ਹੁੰਦੀ ਕੀ ਹੈ, ਸਮਵਰਤੀ ਸੂਚੀ ਕਿਸ ਨੂੰ ਬੋਲਿਆ ਜਾਂਦਾ ਹੈ। ਤਾਂ ਦੇਖੋ ਸਟੂਡੈਂਟ, ਅੰਡਰ ਸ਼ਡਿਊਲ ਨੰਬਰ 7 ਹਾਂਜੀ ਕਿਸ ਦਾ ਜ਼ਿਕਰ ਕਰਿਆ ਗਿਆ ਹੈ, ਡਿਸਟ੍ਰੀਬਿਊਸ਼ਨ ਆਫ ਪਾਵਰ ਯਾਨੀ ਕਿ ਸ਼ਕਤੀਆਂ ਦਾ ਬਟਵਾਰਾ। ਤਾਂ ਸ਼ਕਤੀਆਂ ਦਾ ਬਟਵਾਰਾ 3 ਲਿਸਟ ਦੇ ਵਿੱਚ ਕਰਿਆ ਗਿਆ ਹੈ, ਯੂਨੀਅਨ ਲਿਸਟ, ਸਟੇਟ ਲਿਸਟ ਔਰ ਕੌਨਕਰੈਂਟ ਲਿਸਟ। ਤਾਂ ਜੋ ਥਰਡ ਲਿਸਟ ਹੈ ਕੌਨਕਰੈਂਟ ਲਿਸਟ, ਇਹ ਆਪਾਂ ਕਿੱਥੋਂ ਅਡੋਪਟ ਕਰੀ ਹੈ, ਆਸਟ੍ਰੇਲੀਆ ਤੋਂ। ਨੈਕਸਟ ਆਪਾਂ ਕਰਦੇ ਹਾਂ ਜੀ ਜੁਆਇੰਟ ਸਿਟਿੰਗ ਆਫ ਪਾਰਲੀਮੈਂਟ ਅੰਡਰ ਆਰਟੀਕਲ 108 ਜਾਂ ਫਿਰ ਸੰਸਦ ਦਾ ਸੰਯੁਕਤ ਬੈਠਕ ਜਾਂ ਫਿਰ ਅਧਿਵੇਸ਼ਨ। ਦੇਖੋ ਸਟੂਡੈਂਟ, ਕੁਐਸਚਨ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਜੁਆਇੰਟ ਸਿਟਿੰਗ ਜਾਂ ਫਿਰ ਸੰਯੁਕਤ ਬੈਠਕ ਕਿਸ ਆਰਟੀਕਲ ਦੇ ਅੰਡਰ ਬਿਠਾਈ ਜਾਂਦੀ ਹੈ, ਤਾਂ ਆਪਾਂ ਦੇਖਿਆ ਜੀ ਆਰਟੀਕਲ ਨੰਬਰ 108। ਤਾਂ ਇਹ ਜੋ ਸੰਯੁਕਤ ਬੈਠਕ ਜਾਂ ਫਿਰ ਜੁਆਇੰਟ ਸਿਟਿੰਗ ਬਿਠਾਈ ਜਾਂਦੀ ਹੈ, ਇਹ ਕਨਸੈਪਟ ਆਪਾਂ ਕਿੱਥੋਂ ਲਿੱਤਾ, ਇਹ ਵੀ ਆਪਾਂ ਦੇਖਿਆ ਆਸਟ੍ਰੇਲੀਆ ਤੋਂ। ਹੁਣ ਜੁਆਇੰਟ ਸਿਟਿੰਗ ਬਿਠਾਈ ਕਿਉਂ ਜਾਂਦੀ ਹੈ, ਤਾਂ ਦੇਖੋ ਸਟੂਡੈਂਟ, ਕੋਈ ਵੀ ਬਿੱਲ ਹੈ ਉਹ ਬਿੱਲ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪੇਸ਼ ਕਰਿਆ ਜਾਏਗਾ, ਉਸ ਤੋਂ ਬਾਅਦ ਦੋਨੋਂ ਸਦਨ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਉਹ ਕਿੱਥੇ ਜਾਏਗਾ, ਪ੍ਰੈਜ਼ੀਡੈਂਟ ਦੇ ਕੋਲ। ਪ੍ਰੈਜ਼ੀਡੈਂਟ ਜਾਂ ਤਾਂ ਆਪਣੀ ਪਾਵਰ ਦਾ ਯੂਜ਼ ਕਰ ਸਕਦਾ ਹੈ, ਬਿੱਲ ਨੂੰ ਵਾਪਸ ਭੇਜ ਸਕਦਾ ਹੈ ਜਾਂ ਸਸਪੈਂਡ ਕਰ ਸਕਦਾ ਹੈ ਜਾਂ ਪੋਕਟ ਵੀਟੋ ਦਾ ਯੂਜ਼ ਕਰ ਸਕਦਾ ਹੈ। ਅਦਰਵਾਈਜ਼ ਉਸ ਦੇ ਉੱਪਰ ਸਿਗਨੇਚਰ ਕਰਕੇ ਉਸ ਨੂੰ ਲੋ ਜਾਂ ਫਿਰ ਕਾਨੂੰਨ ਬਣਾ ਸਕਦਾ ਹੈ। ਬਟ ਕਈ ਵਾਰ ਕੀ ਹੁੰਦਾ ਹੈ, ਇੱਕ ਸਦਨ ਦੇ ਵਿੱਚੋਂ ਬਿੱਲ ਨੂੰ ਪਾਸ ਕਰਿਆ ਗਿਆ ਔਰ ਦੂਸਰੇ ਸਦਨ ਦੇ ਵਿੱਚ ਉਸ ਬਿੱਲ ਨੂੰ ਰਿਜੈਕਟ ਕਰ ਦਿੱਤਾ ਗਿਆ, ਫਿਰ ਉਹ ਬਿੱਲ ਵਾਪਸ ਜਾਏਗਾ। ਇਸ ਤਰ੍ਹਾਂ ਅਗਰ ਕੋਈ ਬਿੱਲ 6 ਮੰਥ ਤੱਕ ਇੱਕ ਸਦਨ ਤੋਂ ਦੂਸਰੇ ਸਦਨ ਦੇ ਵਿੱਚ ਟਰੈਵਲ ਹੁੰਦਾ ਰਹਿੰਦਾ ਹੈ, ਉਸ ਸਿਚੁਏਸ਼ਨ ਦੇ ਵਿੱਚ ਡੈਡਲੋਕ ਦੀ ਪੋਜੀਸ਼ਨ ਆ ਜਾਂਦੀ ਹੈ ਔਰ ਉਸ ਪੋਜੀਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਜੁਆਇੰਟ ਸਿਟਿੰਗ ਬੁਲਾਉਂਦਾ ਹੈ ਔਰ ਦੋਨਾਂ ਸਦਨ ਨੂੰ ਇਕੱਠਾ ਬਿਠਾ ਕੇ ਉਸ ਬਿੱਲ ਦੇ ਉੱਪਰ ਡਿਸਕਸ਼ਨ ਕਰਵਾਈ ਜਾਂਦੀ ਹੈ। ਅੱਜ ਤੱਕ 3 ਵਾਰ ਜੁਆਇੰਟ ਸਿਟਿੰਗ ਬੁਲਾਈ ਜਾ ਚੁੱਕੀ ਹੈ। ਹਾਂਜੀ ਸਟੂਡੈਂਟ, ਆਈ ਹੋਪ ਇਹ ਚੀਜ਼ ਵੀ ਤੁਹਾਨੂੰ ਕਲੀਅਰ ਹੋ ਚੁੱਕੀ ਹੈ। ਹੁਣ ਦੇਖਦੇ ਹਾਂ ਜੀ ਕੁਝ ਹੋਰ ਇੰਪੋਰਟੈਂਟ ਕਨਸੈਪਟ। ਹਾਂਜੀ, ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਸਟੂਡੈਂਟ, ਕੈਨੇਡਾ ਤੋਂ ਵੀ ਆਪਾਂ 2 ਚੀਜ਼ਾਂ ਅਡੋਪਟ ਕਰੀਆਂ ਹਨ। ਸਭ ਤੋਂ ਪਹਿਲੀ ਹੈ ਜੀ ਫੈਡਰਲ ਸਟਰਕਚਰ, ਜਿਸ ਨੂੰ ਬੋਲਿਆ ਜਾਂਦਾ ਹੈ ਸੰਘਾਤਮਕ ਢਾਂਚਾ, ਔਰ ਦੂਸਰੀ ਹੈ ਜੀ ਐਡਵਾਈਜ਼ਰੀ ਜੂਰੀਡਿਕਸ਼ਨ ਅੰਡਰ ਆਰਟੀਕਲ 143। ਹੁਣ ਦੇਖਦੇ ਹਾਂ ਜੀ ਫੈਡਰਲ ਸਿਸਟਮ ਜਾਂ ਫੈਡਰਲ ਸਟਰਕਚਰ ਜਾਂ ਸੰਘਾਤਮਕ ਢਾਂਚਾ ਹੁੰਦਾ ਕੀ ਹੈ। ਤਾਂ ਦੇਖੋ ਜੀ, ਇੰਡੀਆ ਦੇ ਵਿੱਚ 3 ਤਰ੍ਹਾਂ ਦੀ ਗਵਰਨਮੈਂਟ ਹੁੰਦੀ ਹੈ, ਸੈਂਟਰ ਗਵਰਨਮੈਂਟ, ਸਟੇਟ ਗਵਰਨਮੈਂਟ ਔਰ ਲੋਕਲ ਬੋਡੀ। ਤਾਂ ਇਹਨਾਂ ਤਿੰਨਾਂ ਦੇ ਵਿੱਚ ਜੋ ਪਾਵਰ ਦਾ ਡਿਸਟ੍ਰੀਬਿਊਸ਼ਨ ਹੁੰਦਾ ਹੈ, ਫੋਰ ਐਗਜ਼ਾਮਪਲ ਕੁਝ ਪਾਵਰ ਸੈਂਟਰ ਗਵਰਨਮੈਂਟ ਕੋਲ ਵੀ ਹੁੰਦੀ ਹੈ, ਕੁਝ ਪਾਵਰ ਸਟੇਟ ਗਵਰਨਮੈਂਟ ਕੋਲ ਵੀ ਹੁੰਦੀ ਹੈ ਔਰ ਕੁਝ ਪਾਵਰ ਲੋਕਲ ਬੋਡੀ, ਜਿਸ ਨੂੰ ਆਪਾਂ ਪੰਚਾਇਤ ਔਰ ਮਿਊਨਿਸਪੈਲਿਟੀ ਬੋਲਦੇ ਹਾਂ, ਉਹਨਾਂ ਦੇ ਕੋਲ ਵੀ ਹੁੰਦੀ ਹੈ। ਤਾਂ ਪਾਵਰ ਦਾ ਡਿਸਟ੍ਰੀਬਿਊਸ਼ਨ ਹੀ ਕੀ ਕਹਿਲਾਉਂਦਾ ਹੈ, ਫੈਡਰਲ ਸਟਰਕਚਰ ਜਾਂ ਫਿਰ ਸੰਘਾਤਮਕ ਢਾਂਚਾ, ਜੋ ਆਪਾਂ ਕੈਨੇਡਾ ਤੋਂ ਬੋਰੋ ਕਰਿਆ ਹੈ। ਨੈਕਸਟ ਹੈ ਜੀ ਐਡਵਾਈਜ਼ਰੀ ਜੂਰੀਡਿਕਸ਼ਨ ਅੰਡਰ ਆਰਟੀਕਲ 143। ਇਸ ਦਾ ਮਤਲਬ ਕੀ ਹੈ ਜੀ, ਤਾਂ ਦੇਖੋ ਸਟੂਡੈਂਟ, ਜੋ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਦੇ ਕੋਲ ਕਾਫੀ ਟਾਈਪਸ ਦੇ ਬਿੱਲ ਆਉਂਦੇ ਰਹਿੰਦੇ ਹਨ। ਜ਼ਰੂਰੀ ਨਹੀਂ ਹੈ ਕਿ ਪ੍ਰੈਜ਼ੀਡੈਂਟ ਨੂੰ ਹਰ ਬਿੱਲ ਦੇ ਬਾਰੇ ਹੀ ਜਾਣਕਾਰੀ ਹੋਏ। ਅਗਰ ਪ੍ਰੈਜ਼ੀਡੈਂਟ ਨੂੰ ਕਿਸੇ ਬਿੱਲ ਦੇ ਉੱਪਰ ਸਮਝ ਨਹੀਂ ਆ ਰਹੀ ਤਾਂ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਤੋਂ ਐਡਵਾਈਸ ਲੈ ਸਕਦਾ ਹੈ। ਹਾਂਜੀ ਸਟੂਡੈਂਟ, ਸਮਝ ਆਇਆ? ਹਾਂਜੀ, ਤਾਂ ਅਗਰ ਚੀਫ ਜਸਟਿਸ ਆਫ ਇੰਡੀਆ ਉਸ ਬਿੱਲ ਦੇ ਉੱਪਰ ਐਡਵਾਈਸ ਦਿੰਦਾ ਹੈ ਤਾਂ ਰਾਸ਼ਟਰਪਤੀ ਬਾਈਂਡਿੰਗ ਨਹੀਂ ਹੈ ਕਿ ਉਸ ਦੀ ਸਲਾਹ ਨੂੰ ਮੰਨੇ। ਹਾਂਜੀ, ਆਈ ਹੋਪ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਰਹੀਆਂ ਹਨ। ਅਗਰ ਕਲੀਅਰ ਹੋ ਰਹੀਆਂ ਹਨ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ। ਨੈਕਸਟ ਹੈ ਜੀ ਸਾਊਥ ਅਫਰੀਕਾ, ਯਾਨੀ ਕਿ ਦਕਸ਼ਿਣ ਅਫਰੀਕਾ। ਤਾਂ ਦਕਸ਼ਿਣ ਅਫਰੀਕਾ ਤੋਂ ਵੀ ਆਪਾਂ ਇੱਕ ਚੀਜ਼ ਅਡੋਪਟ ਕਰੀ ਹੈ, ਅਮੈਂਡਮੈਂਟ ਇਨ ਦਾ ਕੌਨਸਟੀਟਿਊਸ਼ਨ ਜਾਂ ਸੰਵਿਧਾਨ ਵਿੱਚ ਸੋਧ। ਤਾਂ ਦੇਖੋ ਸਟੂਡੈਂਟ, ਜਿਸ ਤਰ੍ਹਾਂ ਆਪਣੇ ਸੰਵਿਧਾਨ ਲਾਗੂ ਹੋਣ ਟਾਈਮ ਟੋਟਲ 8 ਸ਼ਡਿਊਲ ਸਨ ਔਰ ਹੁਣ ਕਿੰਨੇ ਹੋ ਚੁੱਕੇ ਹਨ, 12। ਆਰਟੀਕਲ 395 ਸਨ, ਹੁਣ ਹੋ ਚੁੱਕੇ ਹਨ ਜੀ 470। ਪਹਿਲਾਂ ਜੋ ਲੈਂਗੁਏਜ ਸਨ 14 ਸਨ, ਹੁਣ ਹੋ ਚੁੱਕੀਆਂ ਹਨ 22। ਯਾਨੀ ਕਿ ਜਦੋਂ ਵੀ ਸੰਵਿਧਾਨ ਦੇ ਵਿੱਚ ਕੋਈ ਚੀਜ਼ ਨੂੰ ਐਡ ਕਰਿਆ ਜਾਂਦਾ ਹੈ, ਡਿਲੀਟ ਕਰਿਆ ਜਾਂਦਾ ਹੈ ਜਾਂ ਚੇਂਜ ਕਰਿਆ ਜਾਂਦਾ ਹੈ ਤਾਂ ਕਿਹੜਾ ਪ੍ਰੋਸੈਸ ਫੋਲੋ ਕਰਿਆ ਜਾਂਦਾ ਹੈ, ਅਮੈਂਡਮੈਂਟ।
ਅੰਡਰ ਆਰਟੀਕਲ 368। ਤਾਂ ਇਹ ਜੋ ਪ੍ਰੋਸੈਸ ਹੈ ਆਪਾਂ ਕਿਸ ਦੇਸ਼ ਦੇ ਸੰਵਿਧਾਨ ਤੋਂ ਬੋਰੋ ਕਰਿਆ ਹੈ, ਤਾਂ ਆਪਣਾ ਆਨਸਰ ਹੋਏਗਾ ਜੀ ਸਾਊਥ ਅਫਰੀਕਾ। ਹੁਣ ਤੁਹਾਡੇ ਲਈ ਕੁਐਸਚਨ ਹੈ, ਆਪਣੇ ਸੰਵਿਧਾਨ ਦੇ ਵਿੱਚ 22 ਪਾਰਟ ਹਨ ਔਰ ਉਹਨਾਂ 22 ਪਾਰਟ ਦੇ ਵਿੱਚੋਂ ਜੋ ਅਮੈਂਡਮੈਂਟ ਹੈ ਜਾਂ ਫਿਰ ਜੋ ਸੋਧ ਹੈ, ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਕਿਸ ਪਾਰਟ ਦੇ ਨਾਲ ਡੀਲ ਕਰਦੀ ਹੈ, ਇਹ ਤੁਸੀਂ ਦੱਸਣਾ ਹੈ। ਲਾਸਟ ਹੈ ਜੀ ਫਰਾਂਸ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਫਰਾਂਸ ਤੋਂ ਆਪਾਂ 4 ਵਰਡ ਅਡੋਪਟ ਕਰੇ ਹਨ। ਅਕਸਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਫਰਾਂਸ ਜੋ ਕੰਟਰੀ ਹੈ ਉਸ ਦੇ ਸੰਵਿਧਾਨ ਤੋਂ ਆਪਾਂ ਕਿਹੜੇ ਵਰਡ ਬੋਰੋ ਕਰੇ ਹਨ। ਤਾਂ ਸਭ ਤੋਂ ਪਹਿਲਾਂ ਆਪਾਂ ਵਰਡ ਦੇਖ ਲੈਂਦੇ ਹਾਂ, ਉਹ ਹੈ ਜੀ ਰਿਪਬਲਿਕ, ਜਿਸ ਨੂੰ ਆਪਾਂ ਗਣਰਾਜ ਬੋਲਦੇ ਹਾਂ। ਨੈਕਸਟ ਹੈ ਜੀ ਲਿਬਰਟੀ, ਉਦਾਰਤਾ, ਫਰੈਟਰਨਿਟੀ, ਭਾਈਚਾਰਾ, ਇਕੁਐਲਿਟੀ, ਸਮਾਨਤਾ। 4 ਵਰਡ ਸਟੂਡੈਂਟ ਤੁਸੀਂ ਯਾਦ ਰੱਖਣੇ ਹਨ ਜੋ ਆਪਾਂ ਫਰਾਂਸ ਕੌਂਸਟੀਟਿਊਸ਼ਨ ਤੋਂ ਅਡੋਪਟ ਕਰੇ ਹਨ। ਆਈ ਹੋਪ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਰਹੀਆਂ ਹਨ। ਰਿਪਬਲਿਕ ਦਾ ਮਤਲਬ ਸਟੂਡੈਂਟ ਕੀ ਹੁੰਦਾ ਹੈ, ਤਾਂ ਦੇਖੋ ਜੋ ਰਿਪਬਲਿਕ ਵਰਡ ਹੈ ਇਸ ਦਾ ਮਤਲਬ ਹੁੰਦਾ ਹੈ ਜੋ ਵੀ ਕੰਟਰੀ ਰਿਪਬਲਿਕ ਹੋਏਗੀ ਉਸ ਦਾ ਜੋ ਹੈੱਡ ਹੋਏਗਾ ਉਹ ਕੌਣ ਹੋਏਗਾ ਜੀ, ਇਲੈਕਟਡ ਹੈੱਡ ਹੋਏਗਾ, ਯਾਨੀ ਕਿ ਪਬਲਿਕ ਦੁਆਰਾ ਡਾਇਰੈਕਟ ਜਾਂ ਫਿਰ ਇਨਡਾਇਰੈਕਟ ਤੌਰ ਤੇ ਉਸ ਨੂੰ ਇਲੈਕਟ ਕਰਿਆ ਜਾਏਗਾ। ਹਾਂਜੀ ਸਟੂਡੈਂਟ, ਤਾਂ ਇੰਡੀਆ ਦੇ ਵਿੱਚ ਜੋ ਹੈੱਡ ਹੈ ਉਹ ਕੌਣ ਹੈ ਜੀ, ਤਾਂ ਉਹ ਹੈ ਜੀ ਪ੍ਰੈਜ਼ੀਡੈਂਟ, ਔਰ ਪ੍ਰੈਜ਼ੀਡੈਂਟ ਨੂੰ ਇੰਡੀਆ ਦੀ ਪਬਲਿਕ ਦੁਆਰਾ ਚੁਣੇ ਗਏ ਮੈਂਬਰ ਵੋਟ ਕਰਕੇ ਇਲੈਕਟ ਕਰਦੇ ਹਾਂ। ਲਿਬਰਟੀ ਯਾਨੀ ਕਿ ਉਦਾਰਤਾ ਜਾਂ ਆਜ਼ਾਦੀ ਬੋਲ ਸਕਦੇ ਹਾਂ। ਫਰੈਟਰਨਿਟੀ ਭਾਈਚਾਰਾ, ਔਰ ਇਕੁਐਲਿਟੀ ਹੁੰਦੀ ਹੈ ਜੀ ਸਮਾਨਤਾ। ਆਈ ਹੋਪ ਅੱਜ ਦਾ ਲੈਕਚਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ। ਦੇਖੋ ਸਟੂਡੈਂਟ, ਸਾਡੇ ਵੱਲੋਂ ਹਰ ਵਾਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਬੈਸਟ ਤੋਂ ਬੈਸਟ ਡਾਟਾ ਪ੍ਰੋਵਾਈਡ ਕਰਵਾਇਆ ਜਾ ਸਕੇ। ਅਗਰ ਅਸੀਂ ਤੁਹਾਡੇ ਲਈ ਇੰਨੀ ਮਿਹਨਤ ਕਰਦੇ ਹਾਂ ਤਾਂ ਤੁਹਾਡੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਵੀ ਸਾਡੇ ਇਸ ਚੈਨਲ ਨੂੰ ਸਪੋਰਟ ਕਰੋ। ਅਗਰ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਈਕ ਕਰੋ। ਹਾਂਜੀ ਸਟੂਡੈਂਟ, ਤਾਂ ਅਗਰ ਤੁਸੀਂ ਸਾਡੇ ਚੈਨਲ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹਾਂ ਤਾਂ ਇਸ ਵੀਡੀਓ ਦਾ ਲਿੰਕ ਔਰ ਪੁਰਾਣੀ ਵੀਡੀਓ ਦੇ ਲਿੰਕ ਆਪਣੇ WhatsApp ਗਰੁੱਪਾਂ ਦੇ ਵਿੱਚ ਜ਼ਰੂਰ ਸੈਂਡ ਕਰਨੇ ਹਨ।